ਗੁਰੂ ਪਿਆਰਿਓ, ਗੁਰਦੇਵ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੇ ਸੋਹਣੇ ਦਰਬਾਰ ਦੀਆਂ ਸਾਰੀ ਸੰਗਤ ਹਾਜ਼ਰੀਆਂ ਭਰ ਰਹੀ ਹੈ। ਸੋ ਆਓ ਜੀ, ਆਪਾਂ ਅੱਜ ਜਾਣਦੇ ਹਾਂ ਕੱਤਕ ਦੇ ਮਹੀਨੇ ਦਾ ਉਪਦੇਸ਼। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਕਾਰ ਕਹਿੰਦੇ ਨੇ, ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਕੋਈ ਵੀ ਦੁੱਖ, ਕੋਈ ਵੀ ਤਕਲੀਫ, ਕੋਈ ਵੀ ਵਿਪਤਾ, ਕੋਈ ਵੀ ਪੀੜਾ ਬੰਦਿਆ ਜੇਕਰ ਤੈਨੂੰ ਹੈ ਤਾਂ ਉਹਦੇ ਲਈ ਤੂੰ ਦੂਜੇ ਨੂੰ ਭੁੱਲ ਕੇ ਵੀ ਦੋਸ਼ੀ ਨਾ ਠਹਿਰਾਈ। ਕਈ ਵਾਰ ਜਿਵੇਂ ਆਪਾਂ ਕਿਸੇ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ, ਇਹ ਗੁਰੂ ਅਰਜਨ ਦੇਵ ਜੀ ਥੋੜ੍ਹਾ ਸਾਨੂੰ ਹਟਾ ਰਹੇ ਆ ਇਹ ਆਦਤ ਸਾਡੀ, ਕਿ ਇਹਦੇ ਵਿੱਚ ਭਾਈ ਤੇਰੇ ਆਪਣੇ ਹੀ ਕਰਮਾਂ ਦਾ ਕਿਤੇ ਨਾ ਕਿਤੇ ਕੋਈ ਦੋਸ਼ ਹੈ। ਸਾਡੇ ਦੇਸ਼ ਦੇ ਪ੍ਰਸਿੱਧ ਸੰਤ ਤੇ ਅਵਤਾਰੀ ਪੁਰਖ ਮਹਾਤਮਾ ਬੁੱਧ ਨੇ ਤਾਂ ਕਰਮ ਨੂੰ ਹੀ ਭਗਵਾਨ ਕਹਿ ਦਿੱਤਾ, ਕਿ ਕਰਮ ਹੀ ਬੰਦੇ ਦਾ ਅਸਲ, ਸਾਰੀ ਚੀਜ਼ ਜੋ ਵੀ ਹੈ ਉਹ ਕਰਮ ਹੀ ਆ। ਕਰਮ ਨੇ ਹੀ ਨਿਰਵਾਣ ਪਦ ਇਹ ਬੰਦੇ ਨੂੰ ਦਿਵਾਉਣਾ, ਮੁਕਤ ਕਰਨਾ। ਕਰਮ ਨੇ ਹੀ ਸੁੱਖ ਦੇਣਾ, ਕਰਮ ਨੇ ਹੀ ਵਿਛੋੜਨਾ, ਕਰਮ ਨੇ ਹੀ ਆਨੰਦਿਤ ਕਰਨਾ, ਕਰਮ ਨੇ ਹੀ ਪੀੜਿਤ ਕਰਨਾ। ਕਰਮ ਹੀ ਪਛਾੜੇਗਾ, ਕਰਮ ਹੀ ਤਰੱਕੀ ਦੇਵੇਗਾ। ਜਦੋਂ ਸਭ ਕੁਝ ਕਰਮਾਂ 'ਤੇ ਨਿਰਭਰ ਆ ਤਾਂ ਉਹਨਾਂ ਦੀ ਰਸਨਾ ਤੋਂ ਇਹ ਮੁਬਾਰਕ ਬੋਲ ਨਿਕਲੇ, ਕਰਮ ਹੀ ਭਗਵਾਨ ਹੈ। ਉਹਨਾਂ ਨੇ ਕਰਮਾਂ 'ਤੇ ਬਹੁਤ ਵੱਡਾ ਜ਼ੋਰ ਦਿੱਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਜਦੋਂ ਭਾਈ ਆਪਾਂ ਆਪ ਹੀ ਕੀਤਾ ਆਪਣਾ ਪਾਉਣਾ, ਫਿਰ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਹੋਣਾ ਬੜਾ ਲਾਜ਼ਮੀ ਆ। ਦੇਖਣ 'ਚ ਆਇਆ ਕਿ ਮਨੁੱਖ ਬਹੁਤੀਆਂ ਇਹੋ ਜਿਹੀਆਂ ਥਾਵਾਂ ਜਿਨ੍ਹਾਂ 'ਤੇ ਸੁਚੇਤ ਰਹਿੰਦਾ, ਪਰ ਕਰਮਾਂ ਦੇ ਪ੍ਰਤੀ ਬੰਦਾ ਸੁਚੇਤ ਨਹੀਂ ਹੈਗਾ। ਕਰਮ ਕਿੰਨੇ ਤਰ੍ਹਾਂ ਦੇ ਹੁੰਦੇ ਆ? 3 ਤਰ੍ਹਾਂ ਦੇ ਹੁੰਦੇ ਆ। ਪਹਿਲਾ ਹੈ ਸਰੀਰਕ, ਦੂਜਾ ਹੈ ਵਾਚਕ, ਤੀਜਾ ਹੈ ਮਾਨਸਿਕ। ਕੁਝ ਸਰੀਰ ਨਾਲ ਐਸਾ ਕਰਨਾ ਜੋ ਕਿ ਦੂਜੇ ਨੂੰ ਚੋਟ ਪਹੁੰਚੇ, ਮੂੰਹ ਨਾਲ ਐਸਾ ਬੋਲਣਾ ਦੂਜੇ ਨੂੰ ਚੋਟ ਪਹੁੰਚੇ, ਕੁਝ ਇਹੋ ਜਿਹਾ ਸੋਚਣਾ ਵੀ ਕਿਸੇ ਬਾਰੇ ਬੁਰਾ। ਬਸ ਇਸੇ ਕਰਮ ਨੂੰ ਹੀ ਅਸ਼ੁਭ ਕਰਮ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਰਦਾਸ ਪ੍ਰਾਰਥਨਾ ਜੋ ਹਰ ਗੁਰਸਿੱਖ ਦੀ ਜ਼ੁਬਾਨ 'ਤੇ ਰਹਿੰਦੀ ਆ, ਅਤੇ ਉਹ ਕਿਸੇ ਹੱਦ ਤੱਕ ਅੰਤਰਰਾਸ਼ਟਰੀ ਪੱਧਰ ਦੀ ਪ੍ਰਾਰਥਨਾ ਬਣ ਗਈ ਆ। ਦੇਹੇ ਸ਼ਿਵਾਵਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਐ ਪਰਿਪੂਰਨ ਪਰਮਾਤਮਾ, ਇੱਕੋ ਹੀ ਵਰ ਦੇ ਮੈਨੂੰ ਕਿ ਮੈਂ ਸ਼ੁਭ ਕਰਮਾਂ ਤੋਂ ਭੁੱਲ ਕੇ ਵੀ ਕਦੇ ਸੰਕੋਚ ਨਾ ਕਰਾਂ। ਮੇਰੇ ਅੰਦਰ ਉਤਸ਼ਾਹ ਬਣਿਆ ਰਹੇ, ਉਮੰਗ ਬਣੀ ਰਹੇ ਸ਼ੁਭ ਕਰਮਾਂ ਨੂੰ ਕਰਨ ਦੀ। ਸ਼ੁਭ ਕਰਮ ਉਹੀ ਆ ਜੋ ਦੂਸਰੇ ਲਈ ਵੀ ਸ਼ੁਭ ਹੋਵੇ ਅਤੇ ਤੇਰੇ ਲਈ ਵੀ ਸ਼ੁਭ ਹੋਵੇ। ਤੇਰਾ ਕੀਤਾ ਕਰਮ ਕਿਸੇ ਲਈ ਅਸ਼ੁਭ ਹੋ ਗਿਆ, ਕਿਸੇ ਲਈ ਦੁਖਦਾਈ ਹੋ ਗਿਆ, ਪਰ ਤੇਰੇ ਲਈ ਲਾਭਦਾਇਕ ਆ, ਉਹ ਅਸ਼ੁਭ ਹੀ ਆ, ਉਹ ਮਾੜਾ ਹੀ ਆ। ਉਹ ਸ਼ੁਭ ਕਰਮ ਨਹੀਂ, ਉਹ ਅਸ਼ੁਭ ਕਰਮ ਆ, ਮਾੜਾ ਕਰਮ ਹੀ ਆ। ਤੇਰਾ ਜਿਹਦੇ ਵਿੱਚ ਲਾਭ ਹੋ ਰਿਹਾ, ਦੂਜੇ ਦਾ ਨੁਕਸਾਨ ਹੋ ਰਿਹਾ, ਇਹ ਕਰਮ ਕਿਵੇਂ ਚੰਗਾ ਹੋ ਸਕਦਾ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਾਰਥਨਾ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਰਥਨਾ ਹੈ। ਸ਼ੁਭ ਕਰਮਾਂ ਤੋਂ ਜੋ ਟਲ ਗਿਆ, ਸੁੱਖਾਂ ਤੋਂ ਦੂਰ ਗਿਆ, ਭਗਵਾਨ ਤੋਂ ਦੂਰ ਹੋ ਗਿਆ, ਕਿਉਂਕਿ ਕਰਮ ਦੇ ਨਾਲ ਹੀ ਤਾਂ ਖੇਡ ਬਣਨੀ ਸੀ ਸਾਰੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ RAM।
ਤਾਂ 12 ਮਾਹਾਂ ਦੇ ਆਰੰਭ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੇ ਆ ਵੀ ਕਰਮਾਂ ਕਰਕੇ ਹੀ ਬੰਦਾ ਪਰਮਾਤਮਾ ਤੋਂ ਵਿਛੜਿਆ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਕਰਮਾਂ ਤੋਂ ਹੀ ਸੰਸਕਾਰ ਬਣਦੇ ਆ, ਸੰਸਕਾਰ ਤੋਂ ਹੀ ਸੁਭਾਅ ਬਣਦਾ, ਸੁਭਾਅ ਤੋਂ ਤਕਦੀਰ ਬਣਦੀ ਆ, ਤਕਦੀਰ ਤੋਂ ਹੀ ਸੁੱਖ ਤੇ ਦੁੱਖ ਬੰਦੇ ਨੂੰ ਆਉਂਦੇ ਆ। ਇਹ ਜੋ ਸੰਖਲਾ ਚੱਲਦੀ ਆ ਸੁੱਖ ਤੇ ਦੁੱਖ ਦੀ, ਕਰਮ ਤੋਂ ਹੀ ਚੱਲਦੀ ਆ। ਇਸ ਕਰਕੇ ਗੁਰਬਾਣੀ ਦਾ ਫੈਸਲਾ, ਆਪਣੇ ਦੁੱਖਾਂ ਲਈ ਤੂੰ ਕਦੇ ਵੀ ਕਿਸੇ ਨੂੰ ਦੋਸ਼ੀ ਨਾ ਠਹਿਰਾਈ, ਆਪਣੇ ਸੁੱਖ ਲਈ ਕਦੇ ਵੀ ਤੂੰ ਕਿਸੇ ਦੀ ਝੂਠੀ ਉਪਮਾ ਨਾ ਕਰੀ। ਇਹ ਖੇਡ ਤੇਰੇ ਕਰਮਾਂ ਦੀ ਹੈ। ਸਾਹਿਬ ਜੀ ਕਹਿੰਦੇ ਨੇ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਈਰਾਨ ਦਾ ਮਹਾਨ ਸੂਫੀ ਸੰਤ ਸ਼ੇਖ ਸਾਦੀ, ਉਹਨਾਂ ਦਾ ਬੜਾ ਕੀਮਤੀ ਬੋਲ ਆ, ਯਾਰ ਰਾ ਖੁਦ ਕਰਦ ਰਾ ਇਲਾਜ ਨੇਸਤ। ਐ ਮੇਰੇ ਮਿੱਤਰ, ਜੋ ਤੂੰ ਕਰ ਚੁੱਕਿਆ ਉਹਦਾ ਇਲਾਜ ਮੇਰੇ ਕੋਲ ਨਹੀਂ, ਉਹ ਤੈਨੂੰ ਭੋਗਣਾ ਹੀ ਪਊਗਾ। ਕਰਦਨੀ ਖਯੈਸ਼ ਉਹ ਆਮਦਨੀ ਪੇਸ਼, ਜੋ ਤੂੰ ਕਰ ਚੁੱਕਿਆ ਤੇਰੇ ਸਾਹਮਣੇ ਆਉਣ ਵਾਲਾ, ਬਸ ਪ੍ਰਗਟ ਹੋਣ ਵਾਲਾ। ਇਹ ਮੇਰੇ ਮਿੱਤਰ, ਇਹਦੇ ਵਿੱਚ ਮੈਂ ਤੇਰਾ ਸਹਾਇਕ ਨਹੀਂ ਹੋ ਸਕਦਾ। ਭਗਤ ਤ੍ਰਿਲੋਚਨ ਜੀ ਮਹਾਰਾਜ ਜੀ ਦਾ ਬਹੁਤ ਸੁੰਦਰ ਬਚਨ ਆ ਸੰਗਤ ਜੀ। ਪਵਿੱਤਰ ਵਾਕ, ਪੂਰਬ ਲੋਕ੍ਰਿਤ ਕਰਮ ਨ ਮਿਟੈਰੀ ਕਰ ਗੇਹਣ, ਤਾਚੇ ਮੋਹਿ ਜਾਪੀਲੇ ਰਾਮ ਚੇ ਨਾਮੰ। ਕੀਤਾ ਹੋਇਆ ਕਰਮ ਨਹੀਂ ਮਿਟਦਾ, ਚਾਹੇ ਉਹ ਵਾਚਕ ਕਰਮ, ਮਾਨਸਿਕ ਕਰਮ, ਸਰੀਰਕ ਕਰਮ। ਇਸ ਵਾਸਤੇ ਮੈਂ ਕਰਮਾਂ ਵਿੱਚੋਂ ਸ਼ਿਰਮੋਰ ਕਰਮ ਕਰਦਾ ਹਾਂ, ਰਾਮ ਦਾ ਨਾਮ ਜਪਦਾ ਹਾਂ। ਜਦੋਂ ਕਰਮ ਅਮਿਟ ਹੈ ਤੇ ਕਰਮ ਭੋਗਣਾ ਹੀ ਪੈਣਾ। ਇਸੇ ਕਰਕੇ ਆਪਣੀ ਘਰਵਾਲੀ ਨੂੰ ਇੰਝ ਉਪਦੇਸ਼ ਕਰਦੇ ਨੇ, ਨਾਰਾਇਣ ਨਾ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਦੁਕ੍ਰਿਤ ਤੇ ਸੁਕ੍ਰਿਤ ਤੇਰੇ ਕਰਮਾਂ ਦਾ ਫਲ ਆ। ਭਗਤ ਕਬੀਰ ਜੀ ਮਹਾਰਾਜ ਦਾ ਫਰਮਾਨ, ਕਿਉਂ ਭਾਈ ਆਪਣੇ ਮਨ ਨੂੰ ਇੰਨਾ ਦੁਖੀ ਕਰਦਾ, ਸ਼ੁਭ ਕਰਮ ਕਰਕੇ ਤੂੰ ਸਭ ਕੁਝ ਪ੍ਰਾਪਤ ਕਰ ਸਕਦਾ। ਪਰਮਾਤਮਾ ਨੇ ਤੈਨੂੰ ਕਰਮਾਂ ਦੇ ਬੀਜ ਦਿੱਤੇ ਆ, ਤੇਰੀ ਮਰਜ਼ੀ ਏ ਤੂੰ ਇਸ ਨਾਲ ਤਨ ਦੀ ਧਰਤੀ ਦੇ ਵਿੱਚ ਬੀਜ, ਚੰਗੇ ਬੀਜ ਬੀਜਣੇ ਕਰ। ਇਹ ਵੀ ਤੇਰੀ ਮਰਜ਼ੀ ਹੈ ਕਿ ਸ਼ੁਭ ਕਰਮਾਂ ਤੋਂ ਵਿਪਰੀਤ ਮਾੜੇ ਕਰਮ ਵੀ ਤੂੰ ਕਰ ਸਕਦਾ, ਪਰ ਉਹਨਾਂ ਤੋਂ ਦੁੱਖ ਨਿਕਲੂਗਾ। ਇਹ ਜਿਹੜੀ ਮਰਿਆਦਾ ਮਹਾਰਾਜ ਨੇ ਬਣਾਈ ਆ, ਇਹਦੇ ਤੋਂ ਸੁੱਖ ਨਿਕਲੂਗਾ। ਇਹ ਧਰਤੀ ਵਿੱਚ ਘਾਹ ਵੀ ਪੈਦਾ ਹੁੰਦਾ ਤੇ ਧਰਤੀ ਵਿੱਚ ਫਸਲ ਵੀ ਉੱਗਦੀ ਆ। ਅਸੀਂ ਇਹ ਕਹਿ ਦਿੰਦੇ ਹਾਂ ਇਹ ਤਾਂ ਵਰਖਾ ਹੋਈ ਆ, ਆਪਣੇ ਆਪ ਹੀ ਜੰਮ ਪਈ। ਘਾਸ ਦੇ ਵੀ ਬੀਜ ਮੌਜੂਦ ਆ, ਘਾਹ ਕਦੇ ਆਪਣੇ ਆਪ ਨਹੀਂ ਉੱਗਦਾ, ਉਹਦੇ ਵੀ ਬੀਜ ਹੁੰਦੇ ਆ। ਇਸੇ ਤਰੀਕੇ ਨਾਲ ਜੀਵਨ ਵਿੱਚ ਸੰਤਾਪ ਪੈਦਾ ਹੋ ਗਿਆ, ਸੋਗ ਪੈਦਾ ਹੋ ਗਿਆ, ਦੁੱਖ ਪੈਦਾ ਹੋ ਗਿਆ, ਫਲਦਾਰ ਬੂਟੇ ਪੈਦਾ ਹੋਏ ਆ, ਛਾਏਦਾਰ ਬੂਟੇ ਪੈਦਾ ਹੋਏ ਆ, ਮਿੱਠੇ ਰਸ ਲੱਗੇ ਨੇ, ਤਾਂ ਖੇਡ ਸਾਰੇ ਕਰਮਾਂ ਦੀ ਹੋਈ ਆ। ਈਸ਼ਵਰੀ ਵਿਧਾਨ, ਈਸ਼ਵਰੀ ਨਿਯਮ, ਕੋਈ ਅਦਲਾ ਬਦਲੀ ਵੀ ਨਹੀਂ ਹੋਵੇਗੀ। ਇਹ ਖੇਡ ਕਰਮਾਂ ਦੀ ਆ। ਇੱਕ ਵਾਸਤੇ ਇਹ ਸੂਫੀ ਫਕੀਰ ਦੇ ਇੱਕ ਬਚਨ ਆ ਕਿ ਆਪਣੇ ਕਰਮ ਮਿਟਣ ਵਾਸਤੇ ਤੂੰ ਮੈਨੂੰ ਬਿਲਕੁਲ ਨਾ ਆਖੀ। ਇਹ ਪ੍ਰਮਾਤਮਾ ਦਾ, ਖੁਦਾ ਦਾ ਅਮਿੱਟ ਵਿਧਾਨ ਆ। ਕਰਮਾਂ ਪ੍ਰਤੀ ਬਿਲਕੁਲ ਸੁਚੇਤ ਹੋ। ਮਨੁੱਖੀ ਦੁਨੀਆ ਵਿੱਚ ਮੈਂ ਇੱਕ ਅਚੰਭਾ ਦੇਖਦਾ। ਭਗਤ ਜੀ ਕਹਿੰਦੇ, ਕਬੀਰ ਜੀ, ਦੀਵਾ ਹੱਥ ਵਿੱਚ ਆ, ਰੌਸ਼ਨੀ ਕੋਲ ਆ, ਫਿਰ ਵੀ ਬੰਦਾ ਖੂਹ 'ਚ ਡਿੱਗਦਾ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਰੱਬ ਨੇ ਦਿਮਾਗ ਦਿੱਤਾ, ਸੋਚ ਸ਼ਕਤੀ ਦਿੱਤੀ ਆ, ਬੁੱਧੀ ਦਿੱਤੀ ਆ। ਇਹ ਜਲਦਾ ਹੋਇਆ ਦੀਵਾ ਪਰਮਾਤਮਾ ਨੇ ਹਰ ਇੱਕ ਨੂੰ ਦੇ ਦਿੱਤਾ ਹੈ। ਫਰਕ ਸਿਰਫ ਇੰਨਾ, ਕੋਈ ਇਸ ਦੀਵੇ ਨੂੰ ਢੱਕ ਲੈਂਦਾ ਕਿਸੇ ਭਾਂਡੇ ਨਾਲ, ਜਾਂ ਕੋਈ ਆਪਣੀ ਅੱਖਾਂ ਬੰਦ ਕਰ ਲੈਂਦਾ, ਤਾਂ ਹੀ ਇਹ ਬੁੱਧੀ ਦੇ ਚਾਨਣੇ ਤੋਂ ਲਾਭ ਨਹੀਂ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਨੇ ਅਕਲ ਨਹੀਂ ਦਿੱਤੀ। ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਹੁਤ ਬੁੱਧੀਮਾਨ ਆ, ਦਰਅਸਲ ਉਹ ਇਸ ਦੀਵੇ ਦੀ ਰੌਸ਼ਨੀ ਵਿੱਚ ਜ਼ਿਆਦਾ ਜੀ ਰਿਹਾ। ਜਿਹਨੂੰ ਅਸੀਂ ਮੂੜ ਕਹਿ ਦਿੰਦੇ ਹਾਂ, ਗਵਾਰ ਕਹਿ ਦਿੰਦੇ ਹਾਂ, ਉਹਨੇ ਉਹ ਗਿਆਨ ਦੇ ਦੀਵੇ ਤੋਂ ਅੱਖਾਂ ਮੀਟ ਕੇ ਬੈਠਾ ਹੋਇਆ, ਉਹਨੇ ਦੀਵੇ ਨੂੰ ਢੱਕ ਦਿੱਤਾ। ਉਹਦੀ ਜਾਣਕਾਰੀ ਕੇਵਲ ਸੀਮਤ ਰਹਿ ਗਈ।
ਬੰਦੇ ਕੋਲ ਪੈਰ ਹੋਣ ਉਹਨਾਂ ਦੀ ਵਰਤੋਂ ਨਾ ਕਰੇ, ਹੱਥ ਹੋਣ ਹੱਥਾਂ ਦੀ ਵਰਤੋਂ ਨਾ ਕਰੇ ਤਾਂ ਹੱਥ ਨਕਾਰਾ ਹੀ ਹੋ ਜਾਂਦੇ ਆ, ਪੈਰ ਕਮਜ਼ੋਰ ਹੋ ਜਾਂਦੇ ਆ। ਅੱਖਾਂ 'ਤੇ ਪੱਟੀ ਬੰਨ੍ਹ ਲਈਏ, ਅੱਖਾਂ ਦੀ ਜੋਤ ਮੱਧਮ ਪੈ ਜਾਵੇਗੀ। ਬਾਕੀ ਇੰਦਰੀਆਂ ਦੀ ਜਥਾ ਜੋਗ ਮਨੁੱਖ ਵਰਤੋਂ ਕਰਦਾ, ਪਰ ਜਿਹੜੀ ਅਕਲ ਆ ਇਹਦੀ ਹਰ ਥਾਂ 'ਤੇ ਵਰਤੋਂ ਨਹੀਂ ਨਾ ਕਰਦਾ। ਦੁੱਖ ਤਾਂ ਇਹ ਗੱਲ ਦਾ ਹੈ ਕਿ ਬੰਦੇ ਨੇ ਬੁੱਧ ਨੂੰ ਅੱਗੇ ਨਹੀਂ ਕੀਤਾ, ਲਾਭ ਨਹੀਂ ਲਿਆ ਪਰਮਾਤਮਾ ਵੱਲੋਂ ਦਿੱਤੀ ਅਕਲ ਦਾ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਣ, ਬਸ ਇਹ ਮਾਤਰਾ ਦਾ ਹੀ ਫਰਕ ਆ। ਸਿਆਣਾ ਉਹ ਜਿਹਨੇ ਦੀਵੇ ਦੀ ਰੋਸ਼ਨੀ ਤੋਂ ਕੰਮ ਲੈ ਲਿਆ, ਮੂਰਖ ਉਹ ਜਿਹਨੇ ਦੀਵੇ ਨੂੰ ਢੱਕ ਦਿੱਤਾ, ਅਕਲ ਤੋਂ ਹੀ ਕੰਮ ਲੈਣਾ ਨਹੀਂ ਚਾਹੁੰਦਾ। ਸੰਸਾਰ ਵਿੱਚ ਐਸੇ ਅੰਧਿਆਂ ਦੀ ਤਾਦਾਦ ਗਿਣਤੀ ਬਹੁਤ ਘੱਟ ਆ ਜਿਨ੍ਹਾਂ ਦੀਆਂ ਅੱਖਾਂ ਵਿੱਚ ਚਾਨਣ ਨਹੀਂ, ਪਰ ਐਸੇ ਅੰਧਿਆਂ ਦੀ ਤਾਦਾਦ ਬਹੁਤ ਜ਼ਿਆਦਾ ਜੋ ਅੱਖਾਂ ਬੰਦ ਕਰਕੇ ਚੱਲਦੇ ਆ, ਅੱਖਾਂ ਤੋਂ ਕੰਮ ਨਹੀਂ ਲੈਂਦੇ। ਦੁਨੀਆ 'ਚ ਇਹੋ ਜਿਹੇ ਪਾਗਲਾਂ ਦੀ ਗਿਣਤੀ ਬਹੁਤ ਘੱਟ ਆ ਜਿਨ੍ਹਾਂ ਦੀ ਬੁੱਧੀ ਕੰਮ ਨਹੀਂ ਕਰਦੀ, ਪਰ ਇਹੋ ਜਿਹੇ ਪਾਗਲ ਬਹੁਤ ਆ ਜੋ ਅਕਲ ਤੋਂ ਕੰਮ ਨਹੀਂ ਲੈਂਦੇ, ਬੁੱਧੀ ਤੋਂ ਕੰਮ ਨਹੀਂ ਲੈਂਦੇ। ਜਦੋਂ ਬੁੱਧੀ ਕੋਲੋਂ ਕੰਮ ਨਾ ਲਿਆ ਫਿਰ ਦੋਸ਼ ਤੇਰੇ ਕਰਮਾਂ ਦਾ ਹੀ ਆ, ਇਹਦੇ ਵਿੱਚ ਪ੍ਰਭੂ ਦਾ ਕੀ ਦੋਸ਼। ਇਸ ਵਾਸਤੇ ਕੱਤਕ ਦੇ ਮਹੀਨੇ ਦਾ ਉਪਦੇਸ਼ ਕਰਦੇ ਹਾਂ। ਮਹਾਰਾਜ ਕਹਿੰਦੇ ਨੇ, ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਕਰਮਾਂ ਵਿੱਚ ਸਭ ਤੋਂ ਸ਼ੁਭ ਕਰਮ ਆ ਪ੍ਰਭੂ ਦਾ ਚਿੰਤਨ, ਸਭ ਤੋਂ ਅਸ਼ੁਭ ਕਰਮ ਹੈ ਉਹਨੂੰ ਭੁਲਾ ਦੇਣਾ, ਬਿਲਕੁਲ ਅਚੇਤ ਅਵਸਥਾ ਵਿੱਚ ਰੱਬ ਨੂੰ ਭੁੱਲ ਜਾਣਾ। ਭਾਈ ਨੰਦ ਲਾਲ ਜੀ ਦੇ ਬੋਲ, ਗਮ ਚਿਹ ਬਾਸ਼ਤ ਗਮ ਕੀ ਹੈ, ਗਫਲਤ ਅਜ ਜਾਦੇ ਖੁਦਾ। ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ, ਬਸ ਇਹੀ ਗਮ ਹੈ। ਖੁਸ਼ੀ ਕੀ ਆ, ਚੀਸਤ ਸ਼ਾਦੀ, ਸ਼ਾਦੀ ਕਹਿੰਦੇ ਖੁਸ਼ੀ ਨੂੰ। ਯਾਦ ਆਵੇ ਮਿੰਨਤਾਂ, ਪਰਮਾਤਮਾ ਦੀ ਯਾਦ ਹੀ ਖੁਸ਼ੀ ਹੈ। ਜਿੰਨਾ ਸਿਆਣਾ ਬੰਦਾ ਹੋਵੇਗਾ ਆਖੇਗਾ ਸੁੱਖ ਤਾਂ ਉਹਦੀ ਯਾਦ ਵਿੱਚ ਆ, ਆਨੰਦ ਤਾਂ ਉਹਦੀ ਯਾਦ ਵਿੱਚ ਆ। ਜਿਤਨਾ ਅਚੇਤ ਬੁੱਧੀ ਦੇ ਦੀਵੇ ਨੂੰ ਇੱਕ ਪਾਸੇ ਰੱਖ ਕੇ ਜੀ ਰਿਹਾ ਹੋਵੇਗਾ, ਭੁੱਲ ਕੇ ਵੀ ਯਾਦ ਨਹੀਂ ਕਰੇਗਾ ਪਰਮਾਤਮਾ ਨੂੰ। ਪਰ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ, ਸਾਰੇ ਰੋਗ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨੂੰ ਲੱਗ ਜਾਂਦੇ ਆ। ਸਾਰੇ ਦੁਨੀਆ ਦੇ ਪਰਿਵਾਰਕ ਰੋਗ, ਸਰੀਰਕ ਰੋਗ, ਆਰਥਿਕ ਸਮੱਸਿਆਵਾਂ, ਪਤਾ ਨਹੀਂ ਕਿੰਨੇ ਕੁ ਰੋਗ ਪੈਦਾ ਹੋ ਜਾਂਦੇ ਆ, ਗਿਣਤੀ ਨਹੀਂ ਹੁੰਦੀ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਪਰਮਾਤਮਾ ਤੋਂ ਬੇਮੁਖ ਹੁੰਦੇ ਆ ਜਿਹੜੇ ਬੰਦੇ, ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ, ਜੰਮਦੇ ਮਰਦੇ ਰਹਿੰਦੇ ਆ, ਦੁੱਖ ਭੋਗਦੇ ਰਹਿੰਦੇ ਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਪਰਮਾਤਮਾ ਨੂੰ ਭੁਲਾ ਕੇ ਮਾਇਕੀ ਭੋਗ ਰਸ ਅਚਾਨਕ ਹੀ ਕੌੜੇ ਪ੍ਰਤੀਤ ਹੋਣ ਲੱਗ ਜਾਂਦੇ ਆ। ਮਾਨਸਿਕ ਤਲ 'ਤੇ ਬੇਚੈਨ ਹੋ ਜਾਂਦਾ ਬੰਦਾ। ਉਹਦੇ ਵਾਸਤੇ ਦੁਨਿਆਵੀ ਰਸ ਕੀ ਮਾਇਨੇ ਰੱਖਦੇ ਆ, ਕੁਝ ਵੀ ਨਹੀਂ। ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ਼, ਐਸੀ ਹਾਲਾਤ ਵਿੱਚ ਕੋਈ ਵਿਚੋਲਾ ਕੁਝ ਵੀ ਨਹੀਂ ਕਰ ਸਕਦਾ। ਇਸ ਵਾਸਤੇ ਕਿਸੇ ਕੋਲ ਜਾ ਕੇ ਤੂੰ ਕਿਉਂ ਰੋਨਾ ਬੰਦਿਆ, ਕਿਉਂ ਕਰਲਾਉਣਾ, ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਰੱਬੀ ਦਰਗਾਹ ਤੋਂ ਕੀਤੇ ਕਰਮਾਂ ਦਾ ਚੰਗਾ ਮੰਦਾ ਫਲ ਲਿਖਿਆ ਗਿਆ, ਉਹ ਭੋਗਣਾ ਹੀ ਪੈਂਦਾ। ਉਹਦੇ ਵਿੱਚ ਹੁਣ ਆਪਣਾ ਕੀਤਾ ਕੁਝ ਵੀ ਨਹੀਂ ਹੋ ਸਕਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਵੱਡਿਆਂ ਭਾਗਾਂ ਨਾਲ ਜਦੋਂ ਗੁਰੂ ਮਿਲ ਪਵੇ, ਰੱਬ ਮਿਲ ਜਾਵੇ, ਜਨਮਾਂ ਜਨਮਾਂ ਦਾ ਵਿਛੋੜਾ ਦੂਰ ਹੋ ਜਾਂਦਾ। ਗੁਰੂ ਸਾਹਿਬ ਬੇਨਤੀ ਕਰਦੇ, ਦੱਸਦੇ ਆ, ਮੇਰੇ ਬੰਦੀ ਛੋੜ ਮਾਲਕ, ਮੈਨੂੰ ਵਿਛੋੜੇ ਦੇ ਦੁੱਖਾਂ ਤੋਂ ਰੱਖ ਲਾ। ਮੁੱਕਦੀ ਗੱਲ ਕੀ, ਕੱਤਕ ਦੇ ਮਹੀਨੇ ਵਿੱਚ ਸੰਗਤ ਹੋ ਜਾਵੇ ਨਾ, ਪੂਰੇ ਗੁਰੂ ਦੀ ਸੰਗਤ ਹੋ ਜਾਵੇ, ਨਾਮ ਦੀ ਰੰਗਤ ਹੋ ਜਾਂਦੀ ਆ, ਫਿਕਰਾਂ ਸੋਚਾਂ ਸਾਰੀਆਂ ਦੂਰ ਹੋ ਜਾਂਦੀਆਂ। ਐਸੀ ਅਵਸਥਾ ਬਣ ਜਾਂਦੀ ਆ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਇਹ ਮਹਾਰਾਜ ਜੀ ਏਡੀ ਕਿਰਪਾ ਕਰ ਦਿੰਦੇ ਆ ਫਿਰ ਗੁਰੂ ਪਿਆਰਿਓ, ਤਾਂ ਇਨਸਾਨੀਅਤ ਬੰਦੇ ਦੇ ਅੰਦਰ ਆ ਜਾਂਦੀ ਆ, ਪਸ਼ੂ ਕਰਮ ਬੰਦਾ ਛੱਡ ਦਿੰਦਾ। ਇਹ ਸਾਰੀਆਂ ਚੀਜ਼ਾਂ ਗੁਰੂ ਮਹਾਰਾਜ ਨੇ ਦੱਸੀਆਂ। ਸੋ ਅੱਜ
ਕੱਤਕ ਦੀ ਸੰਗਰਾਂਦ ਹੈ। ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਬਖਸ਼ਣ। ਸਰਬੱਤ ਸੰਗਤਾਂ ਨੂੰ ਮਹਾਰਾਜ ਨਾਮ ਦੀ ਦਾਤ ਬਖਸ਼ਣ। ਆਉਣ ਵਾਲਾ ਸਮਾਂ ਇਹ ਮਹੀਨਾ ਸਭ ਲਈ ਖੁਸ਼ੀਆਂ ਖੇੜਿਆਂ ਭਰਿਆ ਹੋਵੇ। ਸਾਰਿਆਂ ਨੂੰ ਪ੍ਰਭੂ ਦੀ ਯਾਦ ਆਵੇ, ਨਾਮ ਚਿੱਤ ਆਵੇ। ਇਹੀ ਬੇਨਤੀਆਂ ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ ਸਾਨੂੰ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ ਜੀ। ਕੀਤਾ ਕਿਛੂ ਨ ਹੋਵਈ, ਲਿਖਿਆ ਤੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋਚ। ਕਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।